ਹੈਲੋ ਡੀਅਰ ਸਟੂਡੈਂਟਸ, ਵੈਲਕਮ ਵੰਸ ਅਗੇਨ। ਫਿਰ ਤੋਂ ਹਾਜ਼ਰ ਹਾਂ ਤੁਹਾਡੇ ਲਈ ਰਾਈਟਿੰਗ ਸਕਿੱਲ ਦੀ ਇੱਕ ਹੋਰ ਵੀਡੀਓ ਲੈ ਕੇ। ਇਸ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਈਜ਼ੀ ਟੌਪਿਕ ਕਰਾਂਗੇ ਜਿਹੜਾ ਸਾਨੂੰ ਸਕੋਰ ਕਰਨ ਦੇ ਵਿੱਚ ਬਹੁਤ ਮਦਦ ਕਰੇਗਾ। ਸਕੋਰਿੰਗ ਟੌਪਿਕ ਆ ਮੀਨਸ ਉਹ ਆ ਨੋਟ ਮੇਕਿੰਗ। ਕਲਾਸ 9th ਲਈ ਕਰਾਂਗੇ ਅੱਜ ਆਪਾਂ। ਅਤੇ ਤੁਹਾਡੀ ਗ੍ਰਾਮਰ ਬੁੱਕ 'ਤੇ ਜਿਹੜੀਆਂ April May ਦੇ ਸਿਲੇਬਸ ਦੇ ਵਿੱਚ 3 ਐਕਸਰਸਾਈਜ਼ ਨੇ ਬੇਟਾ, ABC, ਠੀਕ ਆ, ਜਿਨ੍ਹਾਂ ਦੇ ਵਿੱਚੋਂ ਐਗਜ਼ਾਮ ਦੇ ਵਿੱਚ ਆਉਂਦਾ ਹੀ ਆਉਂਦਾ ਇੱਕ ਪੈਰਾਗ੍ਰਾਫ ਜਿਹਦੇ ਤੁਸੀਂ ਨੋਟਸ ਲੈਣੇ ਹੁੰਦੇ ਨੇ ਅਤੇ ਬਹੁਤ ਈਜ਼ੀ ਆ। ਸੋ ਆਪਾਂ ਕਰਦੇ ਹਾਂ ਸ਼ੁਰੂ ਇਹਨੂੰ। ਫਾਈਨਲ ਐਗਜ਼ਾਮ ਦੇ ਵਿੱਚ ਇਹ ਮੈਸੇਜ ਔਰ ਈਮੇਲ ਦੇ ਨਾਲ ਆਉਂਦਾ। 3 ਚੀਜ਼ਾਂ ਨੇ, ਤਿੰਨਾਂ 'ਚੋਂ 2 ਪਾਏ ਹੋਣਗੇ ਆਪਸ਼ਨ ਹੋ, ਪਰ April May ਦਾ ਸਿਲੇਬਸ ਤੋਂ ਬਾਅਦ ਜਿਹੜਾ ਜੁਲਾਈ ਟੈਸਟ ਹੁੰਦਾ ਉਹਦੇ 'ਚ ਇਕੱਲੀ ਨੋਟ ਮੇਕਿੰਗ ਹੈ ਬੇਟਾ। ਸੋ ਇਸ ਲਈ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਅਤੇ ਈਜ਼ੀ ਵੀ ਆ। ਫਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਨੋਟ ਮੇਕਿੰਗ ਦੀ। ਨੋਟ ਮੇਕਿੰਗ ਜਦੋਂ ਆਪਾਂ ਕੋਈ ਲੈਕਚਰ ਸੁਣ ਰਹੇ ਹਾਂ ਜਾਂ ਬਹੁਤ ਵੱਡਾ ਆਪਾਂ ਲੈਸਨ ਪੜ੍ਹ ਰਹੇ ਹਾਂ, ਸਾਰਾ ਇਕੱਠਾ ਯਾਦ ਨਹੀਂ ਕਰਿਆ ਜਾ ਸਕਦਾ, ਸਾਰਾ ਲਿਖਿਆ ਨਹੀਂ ਜਾ ਸਕਦਾ। ਸੋ ਅਸੀਂ ਉਹਦੇ ਵਿੱਚੋਂ ਕੁਝ ਮੇਨ ਪੁਆਇੰਟਸ ਲਿਖ ਲੈਂਦੇ ਹਾਂ, ਹੈ ਨਾ। ਸੋ ਉਹਨਾਂ ਨੂੰ ਅਸੀਂ ਨੋਟਸ ਕਹਿ ਦਿੰਦੇ ਹਾਂ। ਹੁਣ ਉਹ ਨੋਟਸ ਨੂੰ ਲਿਖਣ ਦਾ ਵੀ ਇੱਕ ਤਰੀਕਾ ਕੀ ਆ, ਉਹ ਆਪਾਂ ਹੁਣ ਜਾਣ ਲਈਏ ਥੋੜ੍ਹੀਆਂ ਜਿਹੀਆਂ ਮੇਨ ਗੱਲਾਂ ਉਹਦੇ ਬਾਰੇ। ਇਸ ਤੋਂ ਪਹਿਲਾਂ ਕਿ ਆਪਾਂ ਨੋਟਸ ਬਣਾਈਏ, ਵਾਈਲ ਮੇਕਿੰਗ ਨੋਟਸ ਸਟੂਡੈਂਟ ਮਸਟ ਹੈਵ to know what points they should include and how much they should leave out। ਕਹਿੰਦੇ ਜਦੋਂ ਨੋਟਸ ਲੈਣੇ ਨੇ ਸਟੂਡੈਂਟਸ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਉਹਨਾਂ ਨੇ ਕਿਹੜੀ ਚੀਜ਼ ਛੱਡਣੀ ਆ ਅਤੇ ਕਿਹੜੀ ਚੀਜ਼ ਲੈਣੀ ਆ, ਠੀਕ ਆ, ਜਾਂ ਕਿੰਨੀ ਕੁ ਲੈਣਾ, ਕਿੰਨਾ ਕੁ ਹਿੱਸਾ ਕੈਚ ਕਰਨਾ। they should read the beginning and the end of the passage carefully to know what is about। ਜਿਹੜਾ ਪੈਰਾ ਗਾ ਉਹਦੀ ਸਟਾਰਟਿੰਗ ਚੰਗੀ ਤਰੀਕੇ ਨਾਲ ਧਿਆਨ ਨਾਲ ਪੜ੍ਹੋ ਅਤੇ ਉਹਦਾ ਐਂਡ ਵਾਲੀਆਂ ਲਾਈਨਾਂ ਨੇ ਜਿਹੜੀਆਂ 2 ਉਹਨੂੰ ਧਿਆਨ ਨਾਲ ਪੜ੍ਹੋ। ਉੱਥੋਂ ਤੁਹਾਨੂੰ ਪਤਾ ਲੱਗ ਜੂ ਕਿ ਪੈਰਾ ਕਾਹਦੇ ਬਾਰੇ ਆ। ਮੀਨਸ ਤੁਹਾਨੂੰ ਟਾਈਟਲ ਲੱਭਣ ਦੇ ਵਿੱਚ, ਉੱਥੋਂ ਹੈਡਿੰਗ ਲੱਭਣ ਦੇ ਵਿੱਚ ਮਦਦ ਮਿਲ ਜੂ। ਦਿਸ ਇਜ਼ ਕਾਲਡ ਸਕਿਮਿੰਗ। ਇਹਨੂੰ ਸਕਿਮਿੰਗ ਕਹਿੰਦੇ ਆ। ਸਕਿਮਿੰਗ ਹੁੰਦਾ ਬੇਟਾ ਤੇਜ਼ ਨਾਲ ਗੋ ਥਰੂ ਹੋਣਾ ਕਿਸੇ ਵੀ ਪੈਰਾ ਜਾਂ ਸਟੋਰੀ ਲੇਖ ਕੁਛ ਵੀ ਆ, ਅਸੀਂ ਉਂਗਲ ਧਰ ਕੇ ਫਟਾਫਟ ਐਂ ਲੰਘ ਜਾਂਦੇ ਹਾਂ ਨਾ, ਉਹਨੂੰ ਸਕਿਮਿੰਗ ਕਹਿੰਦੇ ਆ। ਦੇ ਸ਼ੁੱਡ ਫੋਲੋ ਦ ਹਿੰਟਸ ਗਿਵਨ ਬਿਲੋ। ਤਾਂ ਥੱਲੇ ਸਾਨੂੰ ਕੁਝ ਹਿੰਟਸ ਦਿੱਤੇ ਹੋਏ ਨੇ ਜਿਹੜੇ ਅਸੀਂ ਨੋਟ ਮੇਕਿੰਗ ਦੇ ਵੇਲੇ ਧਿਆਨ ਵਿੱਚ ਰੱਖਣੇ ਨੇ। ਫਸਟ ਵਨ ਕੀ ਹੈ, ਰਾਈਟ ਡਾਊਨ ਦਾ ਟਾਈਟਲ ਇਫ ਦੇਅਰ ਇਜ਼ ਐਨੀ। ਸਾਰਿਆਂ ਨੂੰ ਪਹਿਲਾਂ ਟਾਈਟਲ ਲਿਖਣਾ ਜੇ ਕੋਈ ਹੈਗਾ ਉੱਥੇ, ਪਰ 9th ਕਲਾਸ ਦੇ ਜਿੰਨੇ ਵੀ ਪੈਰਾਗ੍ਰਾਫਸ ਮੈਂ ਦੇਖੇ ਨੇ ਬੇਟਾ ਟਾਈਟਲ ਆਲਰੇਡੀ ਲਿਖਿਆ ਹੁੰਦਾ। ਓਕੇ। ਸੈਕਿੰਡ, ਨੋਟ ਡਾਊਨ ਦਾ ਮੇਨ ਪੁਆਇੰਟਸ ਐਂਡ ਸਬ ਪੁਆਇੰਟਸ ਇਫ ਦਾ ਪੈਸੇਜ ਇਜ਼ ਲੌਂਗ। ਓਕੇ, ਜਦੋਂ ਤੁਸੀਂ ਨੋਟਸ ਲੈਣੇ ਆ, ਪਹਿਲਾਂ ਇੱਕ ਟੌਪਿਕ ਬਾਰੇ ਗੱਲ ਚੱਲ ਰਹੀ ਆ ਤਾਂ ਉਹ ਮੇਨ ਪੁਆਇੰਟ ਬਣ ਗਿਆ, ਠੀਕ ਆ। ਉਹ ਮੇਨ ਪੁਆਇੰਟ ਲਿਖ ਲਿਆ, ਫਿਰ ਅੱਗੇ ਉਹਦੇ ਵਿੱਚ ਕਿਹੜੀਆਂ ਗੱਲਾਂ ਚੱਲ ਰਹੀਆਂ ਨੇ, ਹੈ ਨਾ, ਤਾਂ ਫਿਰ ਉਹਨੂੰ ਅਸੀਂ ਸਬ ਪੁਆਇੰਟ ਬਣਾ ਲੈਣਾ। ਯੂਜ਼ ਲੈਟਰ ਐਂਡ ਨੰਬਰਸ ਟੂ ਰਾਈਟ ਦਾ ਮੇਨ ਪੁਆਇੰਟਸ ਐਂਡ ਸਬ ਪੁਆਇੰਟਸ ਫॉर ਲੌਂਗ ਪੈਸੇਜ। ਜਿਹੜੇ ਮੇਨ ਪੁਆਇੰਟ ਲਿਖਣੇ ਨੇ ਅਸੀਂ ਉਹਨਾਂ ਲਈ 1 2 3 ਤੁਸੀਂ ਯੂਜ਼ ਕਰ ਲਓ, ਜਾਂ ਤੁਸੀਂ ABC ਯੂਜ਼ ਕਰ ਲਓ। ਫਿਰ ਜਿਹੜੇ ਉਹਨਾਂ ਦੇ ਸਬ ਪੁਆਇੰਟ ਬਣਾਉਣੇ ਨੇ ਉਦੋਂ ਉਲਟ ਕਰਨਾ। ਜੇ ਤੁਸੀਂ ਮੂਹਰੇ ਨੰਬਰ ਯੂਜ਼ ਕੀਤਾ ਨੰਬਰ 1, ਜਦੋਂ ਅਸੀਂ ਉਹਦੇ ਸਬ ਪੁਆਇੰਟ ਲਿਖਾਂਗੇ ABC ਲਿਖ ਲਾਂਗੇ। ਇੱਦਾਂ ਕਰਕੇ ਜਿੰਨੇ ਪੁਆਇੰਟ ਨੇ ਥੱਲੇ ਚੱਲੀ ਜਾਵਾਂਗੇ, ਠੀਕ। ਅਗਲਾ ਪੁਆਇੰਟ ਚੱਲ ਪੂ ਤਾਂ ਨੰਬਰ 2 ਪਾ ਲਾਂਗੇ। ਨੈਕਸਟ, ਵਰਡ ਰਾਈਟਿੰਗ ਫੁੱਲ ਸੈਂਟੈਂਸਿਸ। ਇੱਥੇ ਫੁੱਲ ਸੈਂਟੈਂਸ ਲਿਖਣ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ। ਮੋਸਟਲੀ ਫਰੇਜ਼ਸ ਸ਼ੁੱਡ ਬੀ ਰਿਟਨ। ਜ਼ਿਆਦਾਤਰ ਫਰੇਜ਼ਸ ਹੀ ਲਿਖੀਆਂ ਜਾਂਦੀਆਂ ਨੇ। ਇਹਦੇ ਵਿੱਚ ਮੋਟੀ ਜੀ ਤੁਸੀਂ ਗੱਲ ਚੱਕ ਲਈ ਜਿੰਨੀ ਉਹਦੇ 'ਚੋਂ ਤੁਹਾਨੂੰ ਚਾਹੀਦੀ ਹੈ। ਐਬਰੀਵੇਸ਼ਨਸ ਕਾਮਨਲੀ ਅੰਡਰਸਟੂਡ ਕੈਨ ਬੀ ਯੂਜ਼ਡ। ਇਹਦੇ ਵਿੱਚ ਅਸੀਂ ਐਬਰੀਵੇਸ਼ਨ ਦੀਆਂ ਸ਼ਾਰਟ ਫਾਰਮਸ ਬੇਟਾ ਅਸੀਂ ਯੂਜ਼ ਕਰ ਸਕਦੇ ਹਾਂ ਜਿਹੜੀਆਂ ਆਮ ਸਾਰੇ ਲੋਕਾਂ ਨੂੰ ਸਮਝ ਆਉਣ। ਇੱਥੇ ਤੁਹਾਨੂੰ ਐਬਰੀਵੇਸ਼ਨ ਦੇ ਕੇ ਦੱਸੀਆਂ ਹੋਈਆਂ ਨੇ। ਸਮ ਐਬਰੀਵੇਸ਼ਨਸ ਵਿਚ ਆਰ ਯੂਜ਼ਡ ਐਂਡ ਅੰਡਰਸਟੂਡ ਵਾਈ ਅਦਰਸ ਆਰ। ਜਿਵੇਂ ਦੇਅਰ ਫੋਰ ਲਈ ਅਸੀਂ 3 ਬਿੰਦੀਆਂ ਲਗਾਉਂਦੇ ਹਾਂ। ਮੈਥ 'ਚ ਯੂਜ਼ ਕਰਦੇ ਆਪਾਂ ਉੱਪਰ 1 ਬਿੰਦੀ ਥੱਲੇ 2 ਬਿੰਦੀਆਂ। ਬਿਕਾਊਜ਼ ਲਈ ਉਲਟ ਕਰਦੇ ਨੇ, ਉੱਪਰ 2 ਬਿੰਦੀਆਂ ਥੱਲੇ 1 ਬਿੰਦੀ। ਬਿਫੋਰ ਲਈ ਤੀਰ ਦੇਖੋ ਕਿੱਧਰ ਨੂੰ ਜਾਂਦਾ, ਆਫਟਰ ਲਈ ਕਿੱਧਰ ਨੂੰ, ਗ੍ਰੇਟਰ ਦੈਨ, ਸਮਾਲਰ ਦੈਨ, ਨੰਬਰ ਨੂੰ NO ਪਾ ਦਿੰਦੇ ਹਾਂ, ਹੈ ਨਾ, ਹਾਊਸ ਨੰਬਰ, ਕੇਅਰ ਆਫ, ਇਸ ਤਰੀਕੇ ਦੇ ਜਿਹੜੀਆਂ ਐਬਰੀਵੇਸ਼ਨਸ ਨੇ ਜਿਹੜੀਆਂ ਅਸੀਂ ਯੂਜ਼ ਕਰਾਂਗੇ ਐਂਡ 'ਤੇ ਅਸੀਂ ਇਹਨਾਂ ਦੀ ਡਿਟੇਲ ਦੇ ਦੇਣੀ ਹੁੰਦੀ ਆ ਕਿ ਅਸੀਂ ਕਿਹੜੀ ਐਬਰੀਵੇਸ਼ਨ ਕਿਸ ਚੀਜ਼ ਲਈ ਯੂਜ਼ ਕੀਤੀ ਆ। ਓਕੇ, ਸੋ ਹੁਣ ਤੁਹਾਡਾ ਫਸਟ ਜਿਹੜਾ ਪੈਰਾਗ੍ਰਾਫ ਆ ਜਾਣੀ ਕਿ ਐਕਸਰਸਾਈਜ਼ ਨੰਬਰ A ਆਪਾਂ ਸ਼ੁਰੂ ਕਰਦੇ ਹਾਂ। ਇੱਥੇ ਮੈਂ ਹੁਣ ਇਹਨੂੰ ਪੰਜਾਬੀ ਨਹੀਂ ਕਰੂੰਗੀ, ਉਹਦੀ ਜ਼ਰੂਰਤ ਨਹੀਂ ਹੈ। ਆਪਾਂ ਸਿੱਧਾ ਪੜ੍ਹਾਂਗੇ ਅਤੇ ਸੋਲਵ ਕਰਾਂਗੇ। ਪਹਿਲਾਂ ਇਹ ਦੇਖੋ ਪੈਰਾ ਦਿੱਤਾ ਹੋਇਆ, 2 ਪੈਰੇ ਨੇ ਜਿਹਦੇ ਵਿੱਚ, ਅਤੇ ਇਹ ਸਾਨੂੰ ਕਲਾਸੀਫਿਕੇਸ਼ਨ ਆਫ ਅਮਰੀਕਨ ਰਾਈਸ। 2 ਇਹਦੇ ਸਬ ਪੁਆਇੰਟ ਆਲਰੇਡੀ ਕੀਤੇ ਹੋਏ ਨੇ। ਤੁਹਾਡਾ ਕੰਮ ਉਹਨਾਂ ਨੂੰ ਸੌਖਾ ਕੀਤਾ ਹੋਇਆ, ਅੱਧਾ ਕੰਮ ਆਲਰੇਡੀ ਕੀਤਾ ਹੋਇਆ। ਮੇਨ ਪੁਆਇੰਟ ਕੀ ਆ, ਹਾਓ ਇਟ ਕੁੱਕ ਜਾਂ ਹਾਓ ਇਟ ਲੁੱਕਸ ਪਹਿਲਾਂ, ਸੌਰੀ। ਸੋ ਫਿਰ ਇਹਦੇ ਸਬ ਪੁਆਇੰਟ 1 2 3 ਕਰੇ ਹੋਏ ਨੇ ਉਹਨਾਂ ਨੇ। ਫਿਰ B ਮੇਨ ਪੁਆਇੰਟ ਆ ਗਿਆ, ਹਾਓ ਇਟ ਇਜ਼ ਪ੍ਰੋਸੈਸਡ। ਫਿਰ ਉਹਦੇ ਸਬ ਪੁਆਇੰਟ 1 2 3 ਉਹਨਾਂ ਨੇ ਬਣਾਏ ਹੋਏ ਨੇ। ਤੁਸੀਂ ਸਿਰਫ ਪੈਰੇ ਨੂੰ ਰੀਡ ਕਰਨਾ, ਉਹ 'ਚੋਂ ਫਾਈਂਡ ਆਊਟ ਕਰਨਾ ਔਰ ਇੱਥੇ ਲਿਖ ਦੇਣਾ। ਸੋ ਦੇਖੋ ਹੁਣ ਫਸਟ ਵਨ,
ਜਦੋਂ ਵੀ ਨੋਟ ਮੇਕਿੰਗ ਕਰਨੀ ਆ ਬੇਟਾ, ਪੈਰਾ ਬਾਅਦ 'ਚ ਪੜ੍ਹਨਾ, ਪਹਿਲਾਂ ਤੁਸੀਂ ਆ ਜਿਹੜੇ ਉਹਦੇ ਦਿੱਤਾ ਹੋਊ ਹਾਫ ਤੁਹਾਨੂੰ ਆਨਸਰ ਉਹਨਾਂ ਨੇ ਰੈਡੀਮੇਡ ਜਿਹਾ ਕਰਕੇ ਦਿੱਤਾ ਹੋਇਆ, ਸੋ ਉਹਨੂੰ ਤੁਸੀਂ ਪਹਿਲਾਂ ਧਿਆਨ ਨਾਲ ਦੇਖ ਲੈਣਾ ਅਤੇ ਤੁਸੀਂ ਫਾਈਂਡ ਆਊਟ ਕੀ ਕਰਨਾ। ਹੁਣ ਪਹਿਲਾਂ ਲੁੱਕ ਦੀ ਗੱਲ ਹੋ ਰਹੀ ਹੈ। ਫਸਟ ਪੈਰਾ, ਦੇਅਰ ਆਰ 3 ਟਾਈਪ ਆਫ ਅਮਰੀਕਨ ਰਾਈਸ, ਲੌਂਗ ਗ੍ਰੇਨ ਇਜ਼ ਸਲੈਂਡਰ। ਦੇਖੋ ਪਹਿਲਾਂ ਆ ਗਿਆ ਲੌਂਗ ਗ੍ਰੇਨ ਇਜ਼ ਸਲੈਂਡਰ, ਸਲੈਂਡਰ ਮੀਨਸ ਹੁੰਦਾ ਪਤਲਾ, ਹੈ ਨਾ। ਐਂਡ ਦ ਗ੍ਰੇਨ ਰਿਮੇਨ ਸੈਪਰੇਟ ਦੈਨ ਕੁਕਡ, ਇਟ ਇਜ਼ suited to main dishes, salads and soups। ਓਕੇ, ਇੱਥੇ ਤੱਕ ਲੌਂਗ ਗ੍ਰੇਨ ਦੀ ਗੱਲ ਹੋਈ ਆ। ਨੈਕਸਟ ਮੀਡੀਅਮ ਗ੍ਰੇਨ, ਹੁਣ ਦੂਸਰਾ ਨੰਬਰ ਆ ਗਿਆ ਮੀਡੀਅਮ ਗ੍ਰੇਨ ਆ ਗਿਆ ਇਜ਼ ਪਲੰਬਰ, ਪਲੰਬਰ ਮੀਨਸ ਮੋਟਾ। ਓਕੇ, ਦੈਨ ਲੌਂਗ ਗ੍ਰੇਨ ਐਂਡ ਮੋਰ ਟੈਂਡਰ ਵੈਨ ਕੁਕਡ। ਫਿਰ ਤੀਜਾ ਕਿਹੜਾ, ਸ਼ਾਰਟ ਗ੍ਰੇਨ ਇਜ਼ ਆਲਮੋਸਟ ਰਾਊਂਡ, ਦ ਗ੍ਰੇਨ ਸਟਿਕ ਟੂਗੈਦਰ ਵੈਨ ਕੁਕਡ। ਲਓ ਜੀ, ਪਹਿਲਾ ਪੈਰਾ ਆਪਾਂ ਪੜ੍ਹ ਲਿਆ। ਲੈ ਹੁਣ ਇਹਦੇ ਵਿੱਚ ਹਾਓ ਇਟ ਲੁੱਕਸ ਵਾਲੀ ਗੱਲ ਆ ਗਈ, ਲੌਂਗ ਮੀਡੀਅਮ ਸ਼ਾਰਟ। ਲਓ ਜੀ, ਅਸੀਂ ਫਰੇਜ਼ ਚੱਕ ਕੇ ਲਿਖੀ, ਲੌਂਗ ਗ੍ਰੇਨ ਇਜ਼ ਸਲੈਂਡਰ, ਮੀਡੀਅਮ ਗ੍ਰੇਨ ਇਜ਼ ਪਲੰਬਰ, ਐਂਡ ਲਈ ਮੈਂ ਸਾਈਨ ਯੂਜ਼ ਕਰ ਲਿਆ ਟੈਂਡਰ, ਸ਼ਾਰਟ ਗ੍ਰੇਨ ਇਜ਼ ਰਾਊਂਡ। ਸੋ ਫਸਟ ਵਨ ਸਾਡਾ ਹੋ ਗਿਆ ਡਨ। ਹੁਣ ਅਸੀਂ ਦੇਖਣਾ ਹਾਓ ਇਟ ਇਜ਼ ਪ੍ਰੋਸੈਸਡ। ਇਹਦੇ ਲਈ ਅਸੀਂ ਦੂਜੇ ਪੈਰੇ 'ਤੇ ਫਟਾਫਟ ਨਿਗਾਹ ਮਾਰਨੀ ਆ, ਠੀਕ ਹੈ। ਸੋ ਰਾਈਸ ਇਜ਼ ਆਲਸੋ ਕਲਾਸੀਫਾਈਡ ਅਕੋਰਡਿੰਗ ਟੂ ਦ ਵੇਜ਼ ਇਟ ਇਜ਼ ਪ੍ਰੋਸੈਸਡ। ਪਹਿਲਾਂ ਤਾਂ ਉਹਨਾਂ ਨੇ ਗੱਲ ਕੀਤੀ ਸੀ, ਠੀਕ, ਉਹਨਾਂ ਦੀ ਲੁੱਕ ਵਾਈਜ਼ ਉਹਨਾਂ ਨੂੰ ਲੌਂਗ ਗ੍ਰੇਨ ਦੇ ਵਿੱਚ ਡਿਵਾਈਡ ਕੀਤਾ, ਮੀਡੀਅਮ ਅਤੇ ਸ਼ਾਰਟ ਦੇ ਵਿੱਚ, ਤੀਜਾ ਕਿੱਥੇ ਗਿਆ ਸ਼ਾਰਟ। ਹੁਣ ਉਹ ਕਹਿੰਦੇ ਉਹਨੇ ਪ੍ਰੋਸੈਸਿੰਗ ਦੇ ਹਿਸਾਬ ਨਾਲ ਵੀ ਉਹਨੂੰ ਡਿਵਾਈਡ ਕੀਤਾ ਗਿਆ। ਬਰਾਊਨ ਰਾਈਸ ਰਿਟੇਨ ਦਾ ਬ੍ਰੈਨ ਐਂਡ ਜਰਮਸ। ਫਿਰ ਉਸ ਤੋਂ ਬਾਅਦ ਆ ਗਿਆ ਕਨਵਰਟਡ ਰਾਈਸ ਸੋਕਡ ਸਟੀਮਡ, ਸੌਰੀ ਇਹ ਤਾਂ ਉੱਥੇ ਤੱਕ ਸੀ ਜਰਮਸ ਤੱਕ, ਠੀਕ ਆ। ਉਦੋਂ ਬਾਅਦ ਆ ਗਿਆ, ਹਾਂਜੀ, ਨੈਕਸਟ ਉਹਦੀ ਜਿਹੜੀ ਆ ਗਈ ਪਾਬੋਆਇਲਡ, ਪਰ ਨਹੀਂ ਬੋਲਣਾ ਇਹਨੂੰ, ਪਾਬੋਆਇਲਡ ਬੋਲਣਾ। ਔਰ ਕਨਵਰਟਡ ਰਾਈਸ ਇਜ਼ ਸੋਕਡ ਸਟੀਮਡ ਐਂਡ ਡਰਾਈਡ ਬਿਫੋਰ ਮਿਲਿੰਗ, ਇਹ ਸੈਕਿੰਡ ਟਾਈਪ ਆ ਗਈ। ਇਟ ਰਿਟੇਨ ਮੋਰ ਨਿਊਟ੍ਰੀਐਂਟਸ ਦੈਨ ਵਾਈਟ ਰਾਈਸ ਬਟ ਟੇਕਸ 5 to 10 minutes longer to cook। ਹੁਣ ਤੀਸਰੀ ਆ ਗਈ ਕੁਆਲਿਟੀ, ਪ੍ਰੀ ਕੁਕਡ ਵਾਈਟ ਰਾਈਸ ਇਜ਼ ਕੁਕਡ ਐਂਡ ਡੀਹਾਈਡਰੇਟਡ ਆਫਟਰ ਮਿਲਿੰਗ ਐਂਡ ਨੀਡਸ ਲਾਈਕ ਕੁਕਿੰਗ। ਸੋ ਹੁਣ ਇਹਦੇ ਵਿੱਚੋਂ ਅਸੀਂ ਪਹਿਲਾਂ ਹੀ ਦੇਖ ਲਏ ਨੇ, ਉਹਨਾਂ ਤਿੰਨਾਂ ਨੂੰ ਅਸੀਂ ਹੁਣ ਇੱਥੋਂ ਜਾ ਕੇ ਲਿਖਦੇ ਹਾਂ। ਯਾਦ ਕੁਛ ਨਹੀਂ ਕਰਨਾ, ਜਸਟ ਉਹਨੂੰ ਤੁਹਾਨੂੰ ਅਲੱਗ ਅਲੱਗ ਕਰਨਾ ਆਉਣਾ ਚਾਹੀਦਾ। ਬਰਾਊਨ ਰਾਈਸ ਰਿਟੇਨ ਬ੍ਰੈਨ ਐਂਡ ਜਰਮਸ। ਉਸ ਤੋਂ ਬਾਅਦ ਆ ਗਿਆ ਪਾਬੋਆਇਲਡ, ਕਨਵਰਟਡ ਰਾਈਸ ਸੌਕਡ ਸਟੀਮਡ ਐਂਡ ਡਰਾਈਡ, ਪ੍ਰੀ ਕੁਕਡ ਵਾਈਟ ਰਾਈਸ ਇਜ਼ ਕੁਕਡ ਐਂਡ ਡੀਹਾਈਡਰੇਟਡ, ਐਂਡ ਲਈ ਮੈਂ ਸਾਈਨ ਯੂਜ਼ ਕਰ ਲਿਆ। ਸੋ ਇਹ ਹੋ ਗਿਆ ਤੁਹਾਡਾ ਫਸਟ ਪੈਰਾਗ੍ਰਾਫ। ਕੁਝ ਯਾਦ ਨਹੀਂ ਕਰਨਾ, ਉੱਥੋਂ ਧਿਆਨ ਨਾਲ ਬਸ ਤੁਸੀਂ ਪਿਕ ਕਰਨਾ। ਹੁਣ ਐਕਸਰਸਾਈਜ਼ ਨੰਬਰ ਸੈਕਿੰਡ, ਜਿਹਨੂੰ ਅਸੀਂ ਬੀ ਕਹਾਂਗੇ, ਦ ਇੰਡੀਅਨ ਟੋਲ। ਇਹਦਾ ਵੀ ਹੈਡਿੰਗ ਆਲਰੇਡੀ ਸਾਨੂੰ ਦਿੱਤਾ ਹੋਇਆ, ਅਸੀਂ ਇਹਨੂੰ ਪੜ੍ਹਾਂਗੇ ਅਤੇ ਆਨਸਰ ਫਾਈਂਡ ਕਰਾਂਗੇ। ਪੈਰਾ ਪੜ੍ਹਨ ਤੋਂ ਪਹਿਲਾਂ ਦੇਖ ਲਓ ਕਿ ਸਾਨੂੰ ਲੱਭਣ ਲਈ ਕੀ ਕਿਹਾ ਜਾ ਰਿਹਾ, ਕੀ ਅਸੀਂ ਨੋਟਸ ਕੀ ਕਲੈਕਟ ਕਰਨੇ। ਰਿਪੋਰਟ ਔਨ ਰੋਡ ਐਕਸੀਡੈਂਟਸ ਫਰੋਮ ਟਰਾਂਸਪੋਰਟ ਮਿਨਿਸਟਰੀ 2002। ਇਹ ਪਾਰਟ 'ਚ ਕੀ ਪੁੱਛ ਰਹੇ ਨੇ, ਨੰਬਰ ਆਫ ਰੋਡ ਐਕਸੀਡੈਂਟ ਈਚ ਈਅਰ, percentage accident of bus drivers, percentage means death caused by these accidents। D ਕੀ ਆ, money spent on problem related to accidents। ਸੋ ਅਸੀਂ ਪਹਿਲਾ ਪਾਰਟ ਸੋਲਵ ਕਰਦੇ ਹਾਂ, ਫਿਰ ਦੂਸਰੇ ਨੂੰ ਲੱਗਾਂਗੇ। ਪੈਨ ਲੈ ਲਈਏ ਨਾਲ ਹੁੰਦੇ ਆਪਾਂ। According to the Union Transport Ministry, although buses constitute only 1.2 of Indians' vehicles, in 2002 they were responsible for more than 11% road accident। ਪਹਿਲੇ ਦਾ ਆ ਗਿਆ ਆਨਸਰ, ਦੇਖੋ ਕਿੰਨੇ ਪਰਸੈਂਟ ਲਈ ਰਿਸਪੋਂਸੀਬਲ ਨੇ, 11%। ਐਂਡ 30% ਡੈਥ, ਅਰਾਊਂਡ 85,000 people died away every year from road accident in India। ਇੱਥੇ ਹੁਣ ਇਹ ਕਨਫਿਊਜ਼ ਨਹੀਂ ਹੋਣਾ ਵੀ ਇਹ ਦਿੱਤਾ ਹੋਇਆ, ਉਹਨਾਂ ਨੇ ਸਾਨੂੰ ਸਿਰਫ ਪਰਸੈਂਟੇਜ ਪੁੱਛੀ, ਅਸੀਂ ਇੱਥੇ ਬੁੱਕਸ ਕਰਾਂਗੇ। ਓਕੇ, and social cost of all this is staggering rupees 55,000 crore। ਇਹ ਸਾਨੂੰ ਉਹਨਾਂ ਨੇ ਉੱਥੇ ਪੁੱਛਿਆ ਸੀ ਵੀ ਕਿੰਨੇ ਪੈਸੇ ਲੱਗ ਰਹੇ ਨੇ, ਸੋ ਇਹ ਵੀ ਸਾਡੇ ਲਈ ਇੰਪੋਰਟੈਂਟ ਆ। ਸੋ ਹੋ ਗਿਆ ਪਹਿਲਾ। ਲਓ ਜੀ, ਹੁਣ ਆਪਾਂ ਦੇਖੋ ਇਹਨਾਂ ਨੂੰ, ਮੈਂ ਅੰਡਰਲਾਈਨ ਕੀਤਾ ਗਾ, ਤੁਸੀਂ ਵੀ ਇੱਦਾਂ ਅੰਡਰਲਾਈਨ ਕਰਨਾ ਅਤੇ ਆਹ ਭਰ ਦੇਣਾ ਬੇਟਾ। ਪਹਿਲੇ 'ਚ 11 ਆ ਗਿਆ, ਦੂਜੇ 78% ਆ ਗਿਆ, ਇਹ ਆਪਾਂ ਹਜੇ ਪੜ੍ਹਨਾ ਹੈ ਨਾ। 30% ਆ ਗਿਆ, ਹਾਂ ਕਰੋੜਸ ਆ ਗਿਆ, ਅਸੀਂ ਇਹ ਨਹੀਂ ਪੜ੍ਹਿਆ ਹਜੇ। 38 ਵਾਲਾ ਅਗਲੀ ਲੈਣਾ। ਇਨ ਇੰਡੀਆ ਐਜ ਏਸ਼ੀਆ ਦਾ ਡਰਾਈਵਰ ਇਜ਼ ਮੇਨ ਕਲਪਰੇਟ। ਏਸ਼ੀਆ ਦੇ ਵਿੱਚ ਜ਼ਿਆਦਾਤਰ ਮੌਤਾਂ ਦਾ ਜਾਂ ਕਾਰਨ ਕੌਣ ਆ,
ਡਰਾਈਵਰਸ ਕਿੰਨੇ ਪਰਸੈਂਟ 78% ਆਫ ਐਕਸੀਡੈਂਟਸ ਆਰ ਆਟਰੀਬਿਊਟਡ ਟੂ ਦਾ ਡਰਾਈਵਰਸ ਫਾਲਟ, ਡਰਾਈਵਰਾਂ ਦੇ ਫਾਲਟ ਕਾਰਨ 78% ਹੁੰਦੇ ਨੇ। ਸੋ ਪਹਿਲਾ ਜਿਹੜਾ ਪੋਰਸ਼ਨ ਸੀ ਸਾਡਾ ਕੰਪਲੀਟ ਹੋ ਗਿਆ। ਹੁਣ ਅਸੀਂ ਪੁੱਤ ਚੱਲਦੇ ਹਾਂ ਸੈਕਿੰਡ ਵੱਲ। ਸਲਿਊਸ਼ਨਸ ਕੀ ਗੱਲ ਕੀਤੀ, ਉਹ ਟ੍ਰੇਨਿੰਗ ਡਰਾਈਵਰਸ ਕਾਹਦੀ ਟ੍ਰੇਨਿੰਗ ਦਿੱਤੀ ਜਾਏ, ਪ੍ਰੋਬਲਮ ਕੀ ਆ, ਕੰਡੀਸ਼ਨਸ ਆਫ ਡਰਾਈਵਰ ਕੀ ਆ, ਬੈਟਰ ਰੋਡਸ ਹਾਓ, ਚੰਗੀਆਂ ਸੜਕਾਂ ਅਸੀਂ ਕਿੱਦਾਂ ਬਣਾ ਸਕਦੇ ਹਾਂ। ਹੁਣ ਅਸੀਂ ਉਹ ਇਹਦੇ ਵਿੱਚੋਂ ਫਾਈਂਡ ਆਊਟ ਕਰਾਂਗੇ ਬੇਟਾ। ਓਕੇ, ਫਾਲਟ ਤੱਕ ਪੜ੍ਹ ਲਿਆ ਸੀ। ਹੁਣ ਅਸੀਂ ਪੜ੍ਹਾਂਗੇ ਐਂਡ ਆਲਥੋ ਦੇਅਰ ਆਰ ਪ੍ਰੋਗਰਾਮ ਫॉर ਟੀਚਿੰਗ ਰੋਡ ਸੇਫਟੀ। ਕਿਹੜਾ ਪ੍ਰੋਗਰਾਮ ਆ, ਦੇਖੋ ਆ ਗਿਆ ਪ੍ਰੋਗਰਾਮ ਆਫ ਟੀਚਿੰਗ ਰੋਡ ਸੇਫਟੀ। ਠੀਕ, ਓਨਲੀ ਆ ਵੈਰੀ ਫਿਊ ਡਰਾਈਵਰ ਅਟੈਂਡਡ, ਇਹੀ ਪ੍ਰੋਬਲਮ ਆ, ਬਹੁਤ ਘੱਟ ਉਹਨੂੰ ਅਟੈਂਡ ਕਰਦੇ ਨੇ। Indeed, Dr. Sanjay K. Singh of IIT Kanpur and transport subject expert argue that bus safety in India will not improve unless drivers are better off economical, ਜਿੰਨੀ ਦੇਰ ਇਕਨੋਮੀਕਲ ਕੰਡੀਸ਼ਨ ਉਹਨਾਂ ਦੀ ਸਹੀ ਨਹੀਂ ਹੁੰਦੀ, ਐਂਡ ਨਾਟ ਓਵਰਵਰਕਡ, ਉਹਨਾਂ ਤੋਂ ਜ਼ਿਆਦਾ ਕੰਮ ਨਹੀਂ ਲੈਂਦੇ। ਇਨ ਐਡੀਸ਼ਨ ਹੀ ਸੇਜ਼ ਰੋਡ ਇਨਫਰਾਸਟਰਕਚਰ ਮਸਟ ਇੰਪਰੂਵ ਵਿਦ ਦਾ ਸਪੈਸ਼ਲ ਲੇਨਸ for cyclists, hand carriers and proper footpath for ਹਾਂਜੀ ਪੈਡਸਟ੍ਰੇਰੀਅਨ ਮੀਨਸ ਤੁਰ ਕੇ ਜਿਹੜੇ ਕ੍ਰੋਸ ਕਰਦੇ ਨੇ ਹੈ ਨਾ ਪੈਦਲ। ਸੋ ਇਹ ਹੋ ਗਿਆ ਤੁਹਾਡਾ। ਹੁਣ ਆਪਾਂ ਇਹ ਸਾਰਿਆਂ ਨੂੰ ਅੰਡਰਲਾਈਨ ਕਰ ਲਿਆ ਗਾ, ਇਹਨਾਂ ਨੂੰ ਚੱਕਾਂਗੇ ਅਤੇ ਉੱਥੇ ਲਿਖ ਦਾਂਗੇ ਬੇਟਾ। ਲਓ ਜੀ, ਇਹ ਫਸਟ ਵਨ ਕਰਿਆ ਸੀ। ਸੈਕਿੰਡ ਟ੍ਰੇਨਿੰਗ ਡਰਾਈਵਰਸ ਕੀ ਲਿਖਿਆ, ਪ੍ਰੋਗਰਾਮ ਆਫ ਟੀਚਿੰਗ ਰੋਡ ਸੇਫਟੀ। ਪ੍ਰੋਬਲਮਸ ਕੀ ਨੇ, ਵੈਰੀ ਫਿਊ ਡਰਾਈਵਰ ਅਟੈਂਡਡ। ਹੁਣ ਸੈਕਿੰਡ ਸੀ ਕੰਡੀਸ਼ਨਸ ਆਫ ਡਰਾਈਵਰਸ, ਬੈਟਰ ਆਫ ਇਕਨੋਮਿਕਲੀ। ਥਰਡ ਬੈਟਰ ਰੋਡਸ ਹਾਓ, ਕਿਵੇਂ ਹੋਣਗੀਆਂ। ਨੰਬਰ ਏ ਪਾਇਆ, ਦੇਖੋ ਇੱਥੇ ਉੱਪਰ ਸੀ ਲਿਖਿਆ ਹੋਇਆ ਸੀ, ਸੌਰੀ ਫॉर दैट। ਇੱਥੇ ਤੁਸੀਂ 1 2 3 ਕਰ ਦੇਣਾ ਹੁਣ ਇਹਨੂੰ। 1 ਸਪੈਸ਼ਲ ਲੇਨਸ ਫॉर ਸਾਈਕਲਿਸਟ, ਸੈਕਿੰਡ हैंड कैरेट्स, थर्ड फुटपाथ फॉर ਪੈਡਿਸਟਰੀਅਨ। ਠੀਕ ਹੈ, ਹੋ ਗਿਆ। ਲਓ ਜੀ, ਹੁਣ ਅਸੀਂ ਐਕਸਰਸਾਈਜ਼ 3 ਸੀ ਕਰਨ ਜਾ ਰਹੇ ਹਾਂ। ਇਹਦਾ ਵੀ ਆਪਾਂ ਪਹਿਲਾਂ ਦੇਖੋ 2 ਪੈਰਾ ਨੇ ਸਾਨੂੰ ਸਾਡੇ ਕੋਲ ਪੜ੍ਹਨ ਲਈ ਅਤੇ ਸੋਲਵ ਕਰਨ ਲਈ ਇਹ ਵਾਲਾ ਹੈ ਨਾ। ਇਹਨੂੰ ਧਿਆਨ ਨਾਲ ਦੇਖ ਲਓ ਤਾਂ ਕਿ ਹੁਣ ਆਪਾਂ ਇਹਨੂੰ ਫਿਰ ਆਰਾਮ ਨਾਲ ਸੋਲਵ ਕਰ ਸਕੀਏ। ਲਓ ਜੀ, ਆ ਜਾਓ ਫਸਟ ਪੈਰੇ ਵੱਲ ਆਉਂਦੇ। ਓਕੇ, ਦਾ ਇੰਟਰਮ ਮੀਨਸ ਹੁੰਦਾ ਨਾਟ ਫਾਈਨਲ ਹੈ ਨਾ। ਰੇਂਜ ITR was established in 1989 ਐਜ਼ ਡੈਡੀਕੇਟਡ, ਇਹਦੇ ਵਿੱਚ ਸਾਨੂੰ ਇਹ ਅਤੇ ਇਹਨੂੰ ਧਿਆਨ ਰੱਖਣਾ ਪਊ। ਰੇਂਜ ਫॉर ਲਾਂਚਿੰਗ ਮਿਸਾਈਲਸ, ਰਾਕੇਟਸ, flight test vehicles, a number of missiles of different class including the multi-role Tarsool, multi-target capable Akash and the anti-tank Nag missile, the surface to surface missile Prithvi and long range technology demonstrator Agni have been test fired from the ITR BrahMos। ਠੀਕ, ਹੁਣ ਆਪਾਂ ਜਿੰਨਾ ਪੜ੍ਹਿਆ ਪਹਿਲਾਂ ਇਹਨੂੰ ਅਸੀਂ ਧਿਆਨ ਨਾਲ ਦੇਖ ਲਈਏ ਹੈ ਨਾ। 2 ਚੀਜ਼ਾਂ ਸਾਡੀਆਂ ਇਹਦੇ 'ਚ ਕਵਰ ਹੋ ਰਹੀਆਂ ਨੇ। ਲਓ ਜੀ, ਹੁਣ ਆਪਾਂ ਨਿਗਾਹ ਮਾਰਦੇ ਹਾਂ ਫਸਟ 'ਚ। ਦੇਖੋ ਪਹਿਲਾਂ ਬ੍ਰੈਕਟ 'ਚ ਉੱਥੇ ਕੀ ਲਿਖਣਾ ਸੀ ਅਸੀਂ, ITR ਕਦੋਂ ਇਸਟੈਬਲਿਸ਼ ਹੋਇਆ, 1989 'ਚ। ਲਾਂਚਿੰਗ ਕਾਹਦੇ ਲਈ, ਮਿਸਾਈਲਸ, ਰਾਕੇਟਸ, ਫਲਾਈਟ ਟੈਸਟ ਵਹੀਕਲਸ। ਅੱਗੇ ਨੰਬਰ ਆਫ ਮਿਸਾਈਲਸ ਲਾਂਚਡ, ਉਹਨਾਂ ਨੇ ਪੁੱਛਿਆ ਕਿੰਨੇ। ਇੱਥੇ ਜਗ੍ਹਾ ਸਾਨੂੰ ਅਲੱਗ ਇਕੱਲਾ ਨੰਬਰ ਪੁੱਛਿਆ ਹੁੰਦਾ, ਤੁਸੀਂ 5 ਪਾ ਦਿੰਦੇ ਜਾਂ 6 ਪਾ ਦਿੰਦੇ ਹੈ ਨਾ, ਪਰ ਉਹਨਾਂ ਨੇ ਸਾਨੂੰ ਸਪੇਸ ਛੱਡੀ ਹੋਈ ਹੈ। ਇਹਦਾ ਮਤਲਬ ਅਸੀਂ ਮਿਸਾਈਲਸ ਦੇ ਨਾਮ ਲਿਖਣੇ, ਤਰਸੂਲ, ਆਕਾਸ਼, ਪ੍ਰਿਥਵੀ, ਅਗਨੀ, ਨਾਗ। ਸੋ ਇਹ ਹੋ ਗਿਆ ਸਾਡਾ। ਹੁਣ ਥਰਡ ਅਤੇ ਫੋਰਥ ਨੂੰ ਦੇਖਦੇ ਹਾਂ ਅਸੀਂ। ਸੈਕਿੰਡ ਪੜ੍ਹਾਂਗੇ ਅਤੇ ਉਹਦੇ ਵਿੱਚੋਂ BrahMos, the Indian-Russian joint venture set up to develop supersonic cruise missile has also been tested at this range. Okay, again the ITR has also supported a number of other missions such as testing of multi-world rocket launcher Pinaka and pilotless aircraft Lakshya. The ITR has also been made capable for testing airborne weapons and system with the help of sophisticated instrumentation। ਲਓ ਜੀ, ਹੁਣ ਇਹਦੇ 'ਚ ਆਪਾਂ ਪੜ੍ਹਿਆ ਇੱਕ ਤਾਂ ਰਸ਼ੀਅਨ ਜੁਆਇੰਟ ਵੈਂਚਰ ਦੀ ਗੱਲ ਹੋਈ ਆ, ਸੁਪਰਸੋਨਿਕ ਮਿਸਾਈਲ ਦੀ ਗੱਲ ਹੋਈ ਆ, ਸਪੋਰਟ ਕਿਹੜੇ ਕਿਹੜੇ ਹੋਰਾਂ ਨੂੰ ਕਰ ਰਿਹਾ ਉਹ। ਇੱਕ ਇਹ ਵਾਲਾ ਆਇਆ ਸੀ, ਇੱਕ ਆਹ ਲਕਸ਼ਯ ਵਾਲਾ ਆਇਆ ਸੀ ਹੈ ਨਾ। ਲਓ ਜੀ, ਹੁਣ ਆਪਾਂ ਉੱਧਰ ਚੱਲਦੇ ਹਾਂ ਅਤੇ ਦੇਖਦੇ ਹਾਂ ਉਹਨਾਂ ਨੇ BrahMos ਪੁੱਛਿਆ ਕੀ ਆ, ਰਸ਼ੀਅਨ ਜੁਆਇੰਟ ਵੈਂਚਰ।
So other missions supported the Indian Russian joint venture, multi-barrel rocket launcher Pnanga and pilotless aircraft Lakshya। ਸੋ ਇਹ ਸੀ ਸਾਡਾ ਸੀ ਸੈਕਸ਼ਨ। ਸੋ ਤਿੰਨੋਂ ਹੀ ਜਿਹੜੇ ਇੰਪੋਰਟੈਂਟ ਸੀ, ਤਿੰਨੋਂ ਹੀ ਨੇ ਤੁਹਾਡੀ ਗ੍ਰਾਮਰ 'ਤੇ। ਬਾਕੀ ਅਨਸੋਲਵਡ ਨੇ, ਇਹ ਵੀ ਅਨਸੋਲਵਡ ਹੀ ਨੇ, ਥੋੜ੍ਹਾ ਜਿਹਾ ਹਾਫ ਉਹਨਾਂ ਨੇ ਕੀਤਾ ਹੋਇਆ ਸੀ। ਇਹ ਮੈਂ ਤੁਹਾਨੂੰ ਸੋਲਵ ਕਰਤੇ। ਇਹਨਾਂ 'ਚੋਂ ਤੁਹਾਨੂੰ ਪੱਕਾ ਐਗਜ਼ਾਮ ਦੇ ਵਿੱਚ ਆਊਗਾ ਹੀ। ਧਿਆਨ ਨਾਲ ਇੱਕ ਵਾਰ ਸੁਣ ਕੇ ਆਨਸਰ ਫਾਈਂਡ ਆਊਟ ਕਰ ਲਓ ਗ੍ਰਾਮਰ ਤੋਂ ਆਪਦੀ ਤੋਂ, ਅਤੇ ਨੰਬਰ ਤੁਹਾਡੇ ਇਹ ਪੱਕੇ ਨੇ ਬੇਟਾ। ਓਕੇ, ਬਾਏ ਬਾਏ। ਸਬਸਕ੍ਰਾਈਬ ਦਾ ਚੈਨਲ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।